ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਡੱਲਾ ਜੀ, ਇੱਕ ਵਾਰ ਫੇਰ ਅਕਾਲੀ ਦਲ ਨੇ ਐਸਜੀਪੀਸੀ ਦੀ ਪ੍ਰਧਾਨਗੀ ਦੀ ਚੋਣ ਜਿੱਤ ਲਈ ਹੈ। ਬੀਬੀ ਜਾਗੀਰ ਕੌਰ ਨੂੰ 42 ਵੋਟਾਂ ਪਈਆਂ ਨੇ, ਜਦਕਿ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ। ਤੁਸੀਂ ਇਸ ਸਾਰੇ ਨਤੀਜੇ ਨੂੰ ਕਿਵੇਂ ਵੇਖਦੇ ਹੋ? ਰਾਜਨੀਤਿਕ ਸਥਿਤੀ ਕੀ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਐਸਜੀਪੀਸੀ ਦੀ ਮੁੱਖ ਚੋਣਾਂ ਦੇ ਜਲਦ ਹੋਣ ਦੇ ਆਸਾਰ ਨੇ? ਕਿ ਬੀਬੀ ਜਾਗੀਰ ਕੌਰ ਹਾਰ ਕੇ ਵੀ ਜਿੱਤੇ ਨੇ ਅਤੇ ਅਕਾਲੀ ਦਲ ਲਈ ਭਵਿੱਖ ਵਿੱਚ ਇੱਕ ਵੱਡਾ ਸੰਕਟ ਸ਼ੁਰੂ ਹੋਇਆ? ਦੇਖੋ, ਤੁਸੀਂ ਇੱਕ ਸਵਾਲ ਦੇ ਵਿੱਚ ਹਿਨਾ ਜੀ ਕਈ ਅਹਿਮ ਸਵਾਲ, ਵੱਡੇ ਸਵਾਲ ਨੇ ਜਿਹੜੇ ਉਹ ਕੀਤੇ ਨੇ। ਔਰ ਮੈਨੂੰ ਲੱਗਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਇੰਜ ਦੇਖਦਾ ਕਿ ਅੱਜ ਭਾਵੇਂ ਬੀਬੀ ਜਾਗੀਰ ਕੌਰ ਨੂੰ ਸਿਰਫ 42 ਵੋਟਾਂ ਪਈਆਂ ਨੇ, ਬੀਬੀ ਜਾਗੀਰ ਕੌਰ ਨੂੰ 42 ਵੋਟਾਂ ਮਿਲਣ ਦਾ ਮਤਲਬ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਸਧਾਰਨ ਚੋਣਾਂ ਨੇ, ਆਮ ਚੋਣਾਂ ਨੇ, ਜਦੋਂ ਲੋਕ ਵੋਟਾਂ ਪਾ ਕੇ ਐਸਜੀਪੀਸੀ ਦੇ ਮੈਂਬਰ ਚੁਣਦੇ ਨੇ, ਮੈਨੂੰ ਲੱਗਦਾ ਉਹਨਾਂ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਬੀਬੀ ਜਾਗੀਰ ਕੌਰ ਦੀਆਂ 42 ਵੋਟਾਂ ਦੇ ਨਾਲ। ਮੈਂ ਇਹ ਵੀ ਸਾਰੇ ਦਰਸ਼ਕਾਂ ਦੇ ਨਾਲ ਸਾਂਝਾ ਕਰਦਾ ਕਿ ਆਖਰੀ ਵਾਰ ਜਿਹੜੀਆਂ ਇਹ ਵੋਟਾਂ ਸੀ, ਮੈਂ ਪੂਰੇ ਆંકੜੇ ਕੱਢ ਕੇ ਲਿਆਂਦੇ, ਨਵੰਬਰ 2016 'ਚ ਮਿਆਦ ਖਤਮ ਸੀ ਤੇ 18 ਸਤੰਬਰ 2011 ਨੂੰ ਆਖਰੀ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪਈਆਂ ਸੀ। ਸੋ ਹੁਣ 22 ਆ ਗਏ। ਸੋ ਪੂਰੇ 11 ਸਾਲ ਤੇ 1 ਮਹੀਨਾ ਹੋ ਚੁੱਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪਏ। ਤੇ ਜਿਹੜਾ ਕਾਰਜਕਾਲ ਹੈ ਉਹ ਇਹਦਾ ਖਤਮ ਹੋਇਆ ਸੀ ਨਵੰਬਰ 2016 'ਚ, ਕਿਉਂਕਿ 5 ਸਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪੈਂਦੀਆਂ ਨੇ। ਮੈਂ ਇਹ ਵੀ ਨਾਲ ਜੋੜ ਦਿਆਂ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਤੱਕ ਸਿਰਫ 5 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪਈਆਂ ਨੇ, ਜਦਕਿ ਜਦੋਂ ਬ੍ਰਿਟਿਸ਼ ਰਾਜ ਸੀ ਉਦੋਂ 21 ਸਾਲਾਂ ਦੇ ਵਿੱਚ 7 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਸੀ। ਸੋ ਭਾਰਤ ਦੀ ਆਜ਼ਾਦੀ ਤੋਂ ਬਾਅਦ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਤਾਂ ਪੰਜਾਬ ਦੀ ਸਰਕਾਰ 'ਚ ਉਹਨਾਂ ਦਾ ਦਖਲ ਰਿਹਾ ਜਾਂ ਕੇਂਦਰ ਦੀ ਸਰਕਾਰ 'ਚ ਉਹਨਾਂ ਦਾ ਦਖਲ ਰਿਹਾ, ਸੋ ਜਿਹੜੀ ਹਾਕਮ ਧਿਰ ਹੈ ਉਹਦੀ ਕੋਸ਼ਿਸ਼ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਉਹਨਾਂ ਦੀ ਮਰਜ਼ੀ ਮੁਤਾਬਕ ਹੋਣ। ਇਹ ਕੋਸ਼ਿਸ਼ਾਂ ਰਹਿੰਦੀਆਂ ਨੇ ਪੋਲੀਟੀਕਲ ਪਾਰਟੀ ਦੀਆਂ। ਸੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਸਿਰਫ 5 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੇ। ਹੋ ਸਕਦਾ ਇੱਕ ਅੱਧੀ ਵਾਰ ਵੱਧ ਹੋਈ ਹੁਣ, ਮੇਰੇ ਆંકੜੇ 5 ਵਾਰ ਤੱਕ ਦੇ ਨੇ। ਹੁਣ ਸਵਾਲ ਇਹ ਹੈ ਕਿ ਕੀ 2016 'ਚ ਜਿਸ ਸ਼੍ਰੋਮਣੀ ਕਮੇਟੀ ਦੀ ਮਿਆਦ ਖਤਮ ਹੋ ਗਈ ਸੀ ਉਹਦੀਆਂ ਵੋਟਾਂ ਹੁਣ ਨਹੀਂ ਪੈਣੀਆਂ ਚਾਹੀਦੀਆਂ? ਅਸਲ 'ਚ ਕੇਂਦਰ ਸਰਕਾਰ ਨੇ ਇਹਨੂੰ ਹਰੀ ਝੰਡੀ ਦੇਣੀ ਹੁੰਦੀ ਹੈ, ਕੇਂਦਰ ਦੇ ਗ੍ਰਹਿ ਮੰਤਰਾਲੇ ਨੇ। ਮੈਂ ਇਹਦੇ ਵੇਰਵਿਆਂ 'ਤੇ ਨਾਲ ਆਊਂਗਾ, ਨਾਲ ਮੈਂ ਕੱਲ੍ਹ ਦੇ ਜਿਹੜੇ ਜਵਾਬ ਨੇ ਹਿਨਾ ਜੀ ਉਹਨਾਂ ਦਾ ਵੀ ਜ਼ਿਕਰ ਕਰਦਾ, ਜਿਹੜੇ ਨਤੀਜੇ ਆਏ ਨੇ। ਅੱਜ 146 ਮੈਂਬਰ ਨੇ ਜਿਹੜੇ ਐਸਜੀਪੀਸੀ ਦੇ, ਉਹਨਾਂ ਨੇ ਵੋਟ ਪਾਈ ਹੈ। ਜਿਹੜੇ ਐਲੀਜੀਬਲ ਮੈਂਬਰ ਸੀ ਵੋਟਾਂ ਦੇ ਲਈ ਉਹ ਸੀ 157। ਇਹਦਾ ਮਤਲਬ ਹੈ 11 ਮੈਂਬਰ ਵੋਟਾਂ ਦੀ ਪ੍ਰਕਿਰਿਆ 'ਚ ਸ਼ਾਮਲ ਨਹੀਂ ਹੋਏ, ਉਹ ਗੈਰ ਹਾਜ਼ਰ ਰਹੇ। ਹੁਣ ਉਹਦੇ ਪਿੱਛੇ ਉਹ ਕਿਉਂ ਗੈਰ ਹਾਜ਼ਰ ਰਹੇ, ਉਹਨਾਂ ਦੇ ਪਿੱਛੇ ਕੀ ਕਾਰਨ ਸੀ, ਇਹ ਇੱਕ ਵੱਖਰੀ ਖੋਜ ਦਾ ਵਿਸ਼ਾ ਜਿਹਦੇ 'ਤੇ ਪੋਲੀਟੀਕਲ ਪਾਰਟੀਆਂ ਦੇ ਲੋਕ ਮੱਥਾ ਪੱਚੀ ਕਰਨਗੇ। ਕੁੱਲ 185 ਮੈਂਬਰ ਸੀ, ਜਿਨ੍ਹਾਂ ਦੇ ਵਿੱਚੋਂ 26 ਦੁਨੀਆ ਤੋਂ ਜਾ ਚੁੱਕੇ ਨੇ, 2 ਦੇ ਅਸਤੀਫੇ ਹੋ ਗਏ। ਸੋ ਹੁਣ 146 ਮੈਂਬਰ ਸੀ ਜਿਹੜੇ ਉਹ ਪਹੁੰਚੇ। ਹੁਣ ਉਹਨਾਂ ਦੇ ਵਿੱਚੋਂ 104 ਤਾਂ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਨੇ ਜਿਹੜੇ, ਉਹਨਾਂ ਨੂੰ ਪੈ ਗਈਆਂ ਵੋਟਾਂ। 42 ਵੋਟਾਂ ਪੈ ਗਈਆਂ ਬੀਬੀ ਜਾਗੀਰ ਕੌਰ ਨੂੰ। ਮੈਂ ਹੋਰ ਗੱਲ ਦੱਸਦਾ, ਸਿਮਰਨਜੀਤ ਸਿੰਘ ਮਾਨ ਜਿਹੜੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਕਿਸੇ ਧਿਰ ਨੂੰ ਸਮਰਥਨ ਨਾ ਦੇਣ ਦਾ ਐਲਾਨ ਕੀਤਾ ਸੀ। ਸੋ ਸਿਮਰਨਜੀਤ ਸਿੰਘ ਮਾਨ ਨੇ ਕਿਸੇ ਧਿਰ ਨੂੰ ਸਮਰਥਨ ਨਹੀਂ ਦਿੱਤਾ। ਸੁਖਦੇਵ ਢੀਂਡਸਾ ਬੀਬੀ ਜਾਗੀਰ ਕੌਰ ਦੇ ਹੱਕ 'ਚ ਸੀ ਔਰ ਬੀਬੀ ਜਾਗੀਰ ਕੌਰ ਉਹਨਾਂ ਨੂੰ, ਇਹਦਾ ਮਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਈ ਮੈਂਬਰਾਂ ਨੇ ਵੋਟ ਪਾਈ ਹੈ। ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸੰਨ ਨਹੀਂ ਲੱਗੀ। ਸ਼੍ਰੋਮਣੀ ਅਕਾਲੀ ਦਲ ਨੂੰ ਸੰਨ ਲੱਗੀ ਹੈ। ਬਹੁਤ ਸਾਰੇ ਉਮੀਦਵਾਰ ਮੈਂਬਰ ਉਹਨਾਂ ਨੇ ਬੀਬੀ ਜਾਗੀਰ ਕੌਰ ਨੂੰ ਵੋਟ ਪਾਈ ਹੈ। ਜਿਹੜੇ ਪਹਿਲਾਂ ਹੀ ਵਿਰੋਧ 'ਚ ਹੁੰਦੇ ਸੀ ਅਕਾਲੀ ਦਲ ਦੇ, ਉਹਨਾਂ ਨੇ ਵੀ ਬੀਬੀ ਜਾਗੀਰ ਕੌਰ ਨੂੰ ਵੋਟ ਪਾਈ ਹੈ ਔਰ ਕੁਝ ਲੋਕ ਜਿਹੜੇ ਨੇ ਉਹ ਗੈਰ ਹਾਜ਼ਰ ਰਹੇ ਨੇ। ਸੋ ਇਹ ਤਾਂ ਹੈ ਵੋਟਾਂ ਦੀ ਸਥਿਤੀ। ਗੁਰਚਰਨ ਸਿੰਘ ਗਰੇਵਾਲ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਔਰ ਜਗਰਾਉਂ ਨਾਲ ਸੰਬੰਧ ਰੱਖਦੇ ਨੇ, ਉਹਨਾਂ ਨੂੰ ਜਨਰਲ ਸਕੱਤਰ ਚੁਣਿਆ ਗਿਆ। ਮੁੱਖ ਚੋਣ ਹੈ ਜਿਹੜੀ ਉਹ ਪ੍ਰਧਾਨਗੀ ਦੀ ਸੀ, ਜਿਹਦੇ 'ਤੇ ਹਿਨਾ ਜੀ ਇੰਨਾ ਜ਼ਿਆਦਾ ਰੌਲਾ ਸੀ। ਹੁਣ ਜਿਹੜੀ ਗੱਲ ਹੈ ਬੀਬੀ ਜਾਗੀਰ ਕੌਰ, ਜਿਵੇਂ ਤੁਸੀਂ ਸਵਾਲ ਕੀਤਾ ਵੀ ਕੀ ਹਾਰ ਕੇ ਵੀ ਜਿੱਤੇ ਨੇ, ਉਹ ਇਸ ਕਰਕੇ ਲੱਗਦਾ ਹੈ ਕਿ ਅੱਜ ਤੱਕ ਸਿੱਧੇ ਰੂਪ ਦੇ ਵਿੱਚ ਇੰਨਾ ਵੱਡਾ ਮੁਕਾਬਲਾ ਕਦੀ ਨਹੀਂ ਸੀ ਮਿਲਿਆ। ਔਰ ਗੁਰਚਰਨ ਸਿੰਘ ਟੌੜਾ ਹੋਣਾ ਤੋਂ ਬਾਅਦ
ਇਹ ਇੱਕ ਵੱਡਾ ਮੁਕਾਬਲਾ ਸੀ। ਗੁਰਚਰਨ ਸਿੰਘ ਟੌਹੜਾ ਹੋਣੀ 27 ਸਾਲ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਔਰ ਮੇਰੀ ਜਾਣਕਾਰੀ ਦੇ ਮੁਤਾਬਕ ਅੱਜ ਤੱਕ 44-45 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਜਾਂ 46 ਵਾਰ। 4 ਵਾਰ ਬੀਬੀ ਜਗੀਰ ਕੌਰ ਰਹੇ ਨੇ ਔਰ ਬਹੁਤ ਵਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਰਹੇ ਨੇ ਔਰ ਸੁੰਦਰ ਸਿੰਘ ਮਜੀਠੀਆ ਸਭ ਤੋਂ ਪਹਿਲਾਂ 2021 ਉਹ ਰਹੇ ਨੇ। ਸੋ ਬਹੁਤ ਲੰਮਾ ਇਤਿਹਾਸ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਪਰ ਹੁਣ ਸਵਾਲ ਇੱਥੇ ਖੜਾ ਹੈ ਕਿਉਂਕਿ ਕੇਂਦਰ ਵੋਟਾਂ ਕਰਾਉਂਦਾ ਹੈ, ਗ੍ਰਹਿ ਮੰਤਰਾਲੇ ਵੱਲੋਂ ਹਰੀ ਝੰਡੀ ਮਿਲਦੀ ਹੈ, ਗੁਰਦੁਆਰਾ ਕਮਿਸ਼ਨ ਮੁੱਖ ਅਥਾਰਟੀ ਹੈ, ਕੇਂਦਰੀ ਗੁਰਦੁਆਰਾ ਕਮਿਸ਼ਨ, ਔਰ ਹੁਣ ਚੰਡੀਗੜ੍ਹ ਦੇ ਵਿੱਚ ਦਫ਼ਤਰ ਵੀ ਹੈ ਗੁਰਦੁਆਰਾ ਕਮਿਸ਼ਨ ਦਾ, ਅਮਲਾ ਸਟਾਫ ਕਾਫੀ ਮਿਲ ਚੁੱਕਿਆ ਹੈ। ਹੁਣ ਸਵਾਲ ਦੇਖਣ ਵਾਲਾ ਇਹ ਹੈ ਕਿ ਕੀ ਬੀਬੀ ਜਗੀਰ ਕੌਰ ਦੇ ਜਿੱਤਣ ਤੋਂ ਬਾਅਦ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ 'ਚ ਲੁਕਵੀਂ ਸਿਆਸਤ ਹੋਏਗੀ? ਹੁਣ ਲੁਕਵੀਂ ਸਿਆਸਤ ਕੀ ਹੈ ਮੈਂ ਇਹ ਵੀ ਦੱਸ ਦਿੰਦਾ। ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਅਕਾਲੀ ਦਲ ਨੇ 9 ਮਾਸ ਦਾ ਰਿਸ਼ਤਾ ਤੋੜਦਿਆਂ ਅਕਾਲੀ ਦਲ ਦਾ ਸਾਥ ਭਾਜਪਾ ਦਾ ਸਾਥ ਛੱਡਤਾ। ਕਿਸਾਨ ਅੰਦੋਲਨ ਵੇਲੇ ਅਕਾਲੀ ਦਲ ਦੀ ਮਜਬੂਰੀ ਸੀ ਕਿ ਉਹਨਾਂ ਨੂੰ ਬੀਜੇਪੀ ਦਾ ਸਾਥ ਛੱਡਣਾ ਪਿਆ। ਹੁਣ ਤੁਸੀਂ ਦੇਖੋ 2-3 ਦਿਨਾਂ ਤੋਂ ਲਗਾਤਾਰ ਅਕਾਲੀ ਦਲ ਦੇ ਲੀਡਰ ਇਲਜ਼ਾਮ ਲਾ ਰਹੇ ਨੇ ਕਿ ਆਰਐਸਐਸ ਤੇ ਬੀਜੇਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਦਖਲ ਦੇ ਰਹੀ ਹੈ। ਆਰਐਸਐਸ ਤੇ ਬੀਜੇਪੀ ਦਾ ਏਜੰਡਾ ਹੈ ਕਿ ਅਸੀਂ ਐਸਜੀਪੀਸੀ 'ਚ ਆਪਣਾ ਸਿੱਧਾ ਦਖਲ ਬਣਾ ਲਈਏ। ਹੁਣ ਅਕਾਲੀ ਦਲ ਨਾਲ ਜੁੜੇ ਸੀ ਮਨਜਿੰਦਰ ਸਿਰਸਾ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਮਨਜਿੰਦਰ ਸਿੰਘ ਸਿਰਸਾ, ਹੁਣ ਬੀਜੇਪੀ ਨਾਲ ਨੇ। ਇਕਬਾਲ ਸਿੰਘ ਲਾਲਪੁਰਾ ਸੀਨੀਅਰ ਅਫਸਰ ਰਹੇ ਨੇ, ਪਹਿਲਾਂ ਬੜੇ ਪ੍ਰਸ਼ਾਸਨਿਕ ਅਧਿਕਾਰੀ ਰਹੇ ਨੇ, ਉਹ ਹੁਣ ਚਲੇ ਗਏ ਨੇ ਬੀਜੇਪੀ ਦੇ ਨਾਲ। ਉਹ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ। ਅਕਾਲੀ ਦਲ ਕਹਿ ਰਿਹਾ ਇਕਬਾਲ ਸਿੰਘ ਲਾਲਪੁਰਾ ਦੇ ਜ਼ਰੀਏ ਬੀਜੇਪੀ ਦਖਲ ਦੇ ਰਹੀ ਸੀ, ਉਹਨਾਂ ਦੇ ਟੈਲੀਫੋਨ ਆ ਰਹੇ ਸੀ ਮੈਂਬਰਾਂ ਨੂੰ। ਮਨਜਿੰਦਰ ਸਿਰਸਾ ਤਾਂ ਸਿੱਧੇ ਤੌਰ ਤੇ ਹੀ ਕਹਿ ਰਹੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਚੰਗੇ ਲੋਕ ਅੱਗੇ ਆਉਣ, ਬਦਲ ਆਵੇ। ਸੁਖਦੇਵ ਢੀਂਡਸਾ ਪਹਿਲਾਂ ਹੀ ਕਹਿ ਰਹੇ ਸੀ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਸੁਖਬੀਰ ਬਾਦਲ ਪ੍ਰਧਾਨਗੀ ਛੱਡਣ। ਸੁਖਬੀਰ ਬਾਦਲ ਔਰ ਹਰਸਿਮਰਤ ਬਾਦਲ ਔਰ ਅਕਾਲੀ ਦਲ ਕਹਿ ਰਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਰੀਏ ਬੀਬੀ ਜਗੀਰ ਕੌਰ ਨੂੰ ਅੱਗੇ ਲਾ ਕੇ ਬੀਜੇਪੀ ਤੇ ਆਰਐਸਐਸ ਪਿੱਛੋਂ ਖੇਡ ਰਹੇ ਨੇ। ਹੁਣ ਜਦ ਤੱਕ ਅਕਾਲੀ ਦਲ ਇਹ ਨਹੀਂ ਕਹੂਗਾ ਕਿ ਬੀਬੀ ਜਗੀਰ ਕੌਰ ਦੇ ਪਿੱਛੇ ਆਰਐਸਐਸ ਤੇ ਬੀਜੇਪੀ ਹੈ, ਤਦ ਤੱਕ ਅਕਾਲੀ ਦਲ ਦਾ ਜ਼ਿਆਦਾ ਬਚਾਅ ਨਹੀਂ। ਕਿਉਂਕਿ ਜੇ ਇਹ ਸਾਬਤ ਹੋ ਗਿਆ ਕਦੀ ਕਿ ਬੀਬੀ ਜਗੀਰ ਕੌਰ ਉਹਨਾਂ ਦੇ ਪਿੱਛੇ ਆਰਐਸਐਸ ਤੇ ਬੀਜੇਪੀ ਹੈ, ਤੇ ਨਿਸ਼ਚਿਤ ਤੌਰ ਤੇ ਉਹਦੇ ਨਾਲ ਬੀਬੀ ਜਗੀਰ ਕੌਰ ਨੂੰ ਵੀ, ਆਰਐਸਐਸ ਨੂੰ, ਬੀਜੇਪੀ ਨੂੰ ਵੀ ਨੁਕਸਾਨ ਹੋਊਗਾ। ਉਹਨਾਂ ਦਾ ਦਖਲ ਪੰਜਾਬ ਦੀਆਂ ਸਧਾਰਨ ਚੋਣਾਂ ਦੇ ਵਿੱਚ ਵੀ ਜ਼ਿਆਦਾ ਨਹੀਂ ਬਣਨਾ। ਇਸ ਕਰਕੇ ਬੀਜੇਪੀ ਚੁੱਪ ਚਪੀਤੇ ਲੁਕਵੇਂ ਰੂਪ ਦੇ ਵਿੱਚ ਸਿੱਖ ਲੀਡਰਾਂ ਨੂੰ ਅੱਗੇ ਲਾ ਕੇ ਕਿਤੇ ਨਾ ਕਿਤੇ ਇਹ ਲੁਕਵੀਂ ਕੋਸ਼ਿਸ਼ ਕਰੂਗੀ, ਮੈਨੂੰ ਲੱਗਦਾ ਕਰੂਗੀ। ਹਾਲਾਂਕਿ ਬੀਜੇਪੀ ਵਾਲੇ ਮੰਨਦੇ ਨਹੀਂ, ਉਹ ਕਹਿੰਦੇ ਨਹੀਂ ਅਸੀਂ ਕੀ ਲੈਣਾ ਅਕਾਲੀ ਦਲ ਤੋਂ। ਉਹ ਕਹਿੰਦੇ ਜਿਹੜੀਆਂ ਸਿੱਖਾਂ ਦੀਆਂ ਵੋਟਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਨੇ, ਬੀਜੇਪੀ ਵੀ ਕਹਿੰਦੀ, ਆਰਐਸਐਸ ਵੀ ਕਹਿੰਦੇ, ਉਹ ਕਹਿੰਦੇ ਵੀ ਸਾਡਾ ਕੋਈ ਦਖਲ ਨਹੀਂ ਇਹਦੇ 'ਚ, ਧਰਮ ਦੀਆਂ ਵੋਟਾਂ ਨੇ, ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਦੇ। ਪਰ ਬੀਜੇਪੀ ਨੂੰ ਇਹ ਪਤਾ ਹੈ ਵੀ ਜੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੇ ਪੱਬ ਹਿਲਾਉਣੇ ਨੇ, ਪੈਰ ਹਿਲਾਉਣੇ ਨੇ, ਤਾਂ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ, ਪ੍ਰਬੰਧਕ ਕਮੇਟੀ 'ਚ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਪੈਣਾ। ਜਿਵੇਂ ਹਰਿਆਣੇ 'ਚ ਵੱਖਰੀ ਕਮੇਟੀ ਬਣਵਾਤੀ, ਹਾਲਾਂਕਿ ਉਦੋਂ ਕਾਂਗਰਸ ਦਾ ਰਾਜ ਸੀ ਜਦੋਂ ਬਣੀ, ਪਰ ਬੀਜੇਪੀ ਨੇ ਵੀ ਬੈਕ ਕੀਤਾ। ਦਿੱਲੀ 'ਚ ਜਿਹੜੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ, ਅਸਿੱਧੇ ਤੌਰ ਤੇ ਬੀਜੇਪੀ ਦੇ ਲੀਡਰਾਂ ਦਾ ਪ੍ਰਭਾਵ ਹੈ। ਸੋ ਪਹਿਲਾਂ ਵੀ ਹੁਣ ਵੀ, ਹਾਲਾਂਕਿ ਅਕਾਲੀ ਦਲ ਦਾ ਵੀ ਉੱਥੇ ਵਿੱਚ ਦਬਦਬਾ ਹੈ, ਪਰ ਹੁਣ ਅਕਾਲੀ ਦਲ ਦਾ ਸਪਸ਼ਟ ਬਹੁਮਤ ਨਹੀਂ ਹੈ ਦਿੱਲੀ ਦੇ ਵਿੱਚ, ਇਹ ਗੱਲ ਸਾਫ਼ ਹੈ। ਹੁਣ ਅਜਿਹੇ ਹਾਲਾਤਾਂ ਦੇ ਵਿੱਚ ਹੁਣ ਕੀ ਹੋ ਸਕਦਾ ਹੈ? ਹੁਣ ਇੱਕ ਗੱਲ ਸਾਫ਼ ਹੈ ਕਿ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਜਾਂ ਪੰਥਕ ਸਿਆਸਤ ਲਈ ਅਕਾਲੀ ਦਲ ਦਾ ਮੁਕਾਬਲਾ ਕਰਨ ਵਾਲਾ ਕੋਈ ਚਿਹਰਾ ਨਹੀਂ ਸੀ, ਔਰ ਇਸ ਵਾਰ ਉਹ ਇੱਕ ਮਹਿਲਾ ਹੈ, ਬੀਬੀ ਜਗੀਰ ਕੌਰ। ਅਕਾਲੀ ਦਲ ਨੇ ਖੁਦ ਹੀ ਉਹਨਾਂ ਨੂੰ ਕੱਢਤਾ। ਹੁਣ ਮੈਨੂੰ ਲੱਗਦਾ ਬੀਬੀ ਜਗੀਰ ਕੌਰ ਦੇ ਆਲੇ ਦੁਆਲੇ ਸਾਰੇ ਵਿਰੋਧੀ ਇਕੱਠੇ ਹੋ ਸਕਦੇ ਨੇ ਸਿਵਾਏ ਸਿਮਰਨਜੀਤ ਸਿੰਘ ਮਾਨ ਦੇ। ਪਰ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਉਹਨਾਂ ਤੇ ਜਿਹੜਾ ਬਿਆਨ ਦਿੱਤਾ, ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਸਿਆਸੀ ਤੌਰ ਤੇ ਕਮਜ਼ੋਰ ਪਏ ਨੇ। ਸੰਗਰੂਰ 'ਚ ਭਾਵੇਂ ਜਿੱਤ ਗਏ ਨੇ, ਉਮਰ ਜ਼ਿਆਦਾ ਸਾਥ ਨਹੀਂ ਦੇ ਰਹੀ ਸਿਮਰਨਜੀਤ ਸਿੰਘ ਮਾਨ ਦਾ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਦਾ ਉਮਰ ਸਾਥ ਨਹੀਂ ਦੇ ਰਹੀ। ਸੋ ਸਮੀਕਰਨ ਬੜੀ ਤੇਜ਼ੀ ਦੇ ਨਾਲ ਬਦਲ ਰਹੇ ਨੇ। ਮੈਨੂੰ ਇਹ ਲੱਗਦਾ ਹੈ ਹਿਨਾ ਜੀ ਕਿ ਬੀਬੀ ਜਗੀਰ ਕੌਰ ਇੱਕ ਮਹਿਲਾ ਲੀਡਰ ਹੋਣ ਦੇ ਨਾਤੇ ਜਿਹੜੇ ਮਨਜਿੰਦਰ ਸਿੰਘ ਸਿਰਸਾ ਨੇ,
ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ, ਪਰਮਿੰਦਰ ਢੀਂਡਸਾ ਨੇ, ਜਾਂ ਵੱਖਰੇ ਵੱਖਰੇ ਅਕਾਲੀ ਦਲ ਦੇ ਹੋਰ ਧੜੇ ਨੇ, ਸਿੱਖ ਸੰਗਠਨ ਨੇ, ਉਹ ਬੀਬੀ ਜਗੀਰ ਕੌਰ ਦੇ ਨਾਲ ਆ ਸਕਦੇ ਨੇ। ਔਰ ਬੀਬੀ ਜਗੀਰ ਕੌਰ ਨਾ ਸਿਰਫ ਧਰਮ ਦੀ ਸਿਆਸਤ 'ਚ SGPC ਦੀਆਂ ਚੋਣਾਂ ਨੂੰ ਲੈ ਕੇ ਆਉਂਦੇ ਸਮੇਂ 'ਚ ਸਰਗਰਮ ਨਜ਼ਰ ਆਉਣਗੇ, ਮੈਨੂੰ ਲੱਗਦਾ ਰਾਜਨੀਤਿਕ ਤੌਰ ਤੇ ਵੀ ਬੀਬੀ ਜਗੀਰ ਕੌਰ ਇੱਕ ਅਜਿਹਾ ਚਿਹਰਾ ਹੈ ਜਿਹਨੂੰ ਕਿਤੇ ਨਾ ਕਿਤੇ ਲੁਕਵੇਂ ਤੌਰ ਤੇ BJP ਵੀ ਸਮਰਥਨ ਕਰ ਸਕਦੀ ਹੈ। BJP ਇਹ ਕਹਿ ਸਕਦੀ ਹੈ ਕਿ ਅਸੀਂ SGPC ਦੀਆਂ ਚੋਣਾਂ 'ਚ ਸਾਡਾ ਕੋਈ ਦਖਲ ਨਹੀਂ, ਕਿਉਂਕਿ ਜਦੋਂ ਅਕਾਲੀ ਦਲ ਨਾਲ ਸਾਂਝ ਸੀ ਉਦੋਂ ਵੀ BJP ਦਾ ਅਕਾਲੀ ਦਲ SGPC ਦੀਆਂ ਚੋਣਾਂ 'ਚ ਕੋਈ ਦਖਲ ਨਹੀਂ ਸੀ। ਸੋ BJP ਕਿਤੇ ਨਾ ਕਿਤੇ ਪੋਲੀਟੀਕਲ ਤੌਰ ਤੇ ਬੀਬੀ ਜਗੀਰ ਕੌਰ ਨੂੰ ਬੈਕਅਪ ਕਰ ਸਕਦੀ ਹੈ, ਬੈਕ ਕਰ ਸਕਦੀ ਹੈ। ਤੇ ਧਰਮ ਦੀਆਂ ਚੋਣਾਂ ਤੇ BJP ਤੇ ਇਹ ਕਹਿ ਸਕਦੀ ਹੈ ਵੀ ਇਹ ਸਿੱਖ ਧਰਮ ਦਾ ਆਪਣਾ ਮਾਮਲਾ ਹੈ, ਅਸੀਂ ਬੀਬੀ ਜਗੀਰ ਕੌਰ ਦੇ ਨਾਲ SGPC ਦੀਆਂ ਵੋਟਾਂ ਦੇ ਵਿੱਚ ਸਾਡਾ ਕੋਈ ਦਖਲ ਨਹੀਂ। ਪਰ ਉਹ ਪੋਲੀਟੀਕਲ ਬੀਬੀ ਜਗੀਰ ਕੌਰ ਨੂੰ ਬੈਕ ਕਰਕੇ, ਕਿਉਂਕਿ ਪਾਰਲੀਮੈਂਟ ਦੀਆਂ ਚੋਣਾਂ ਨੇ 2024, ਨਰਿੰਦਰ ਮੋਦੀ ਨੂੰ ਪਤਾ ਹੈ ਕਿ ਇਸ ਵਾਰ ਮੁਕਾਬਲਾ ਬਹੁਤ ਸਖਤ ਹੈ। ਅਰਵਿੰਦ ਕੇਜਰੀਵਾਲ ਉਭਾਰ ਲੈ ਰਿਹਾ, ਕਾਂਗਰਸ ਵੀ ਕਿਤੇ ਨਾ ਕਿਤੇ ਜਿੰਨੀ ਪਹਿਲਾਂ ਕਮਜ਼ੋਰ ਸੀ ਮਾੜੀ ਮੋਟੀ ਤਕੜੇ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਵੀ ਪਤਾ ਹੈ BJP ਨੂੰ ਕਿ ਪੰਜਾਬ 'ਚ ਨਵਜੋਤ ਸਿੰਘ ਸਿੱਧੂ ਦਾ ਫੈਕਟਰ ਬਹੁਤ ਵੱਡਾ ਹੈ। ਇਹ ਵੀ ਪਤਾ ਹੈ BJP ਨੂੰ ਪੰਜਾਬ ਦੇ ਵਿੱਚ ਇਸ ਵਕਤ ਕੋਈ ਸਿੱਖ ਲੀਡਰ ਨਹੀਂ ਹੈ ਜਿਹੜਾ ਪੂਰੇ ਪੰਜਾਬ ਦੇ ਵੋਟਰਾਂ ਨੂੰ ਪ੍ਰਭਾਵਿਤ ਕਰ ਸਕੇ ਸਿਵਾਏ ਨਵਜੋਤ ਸਿੰਘ ਸਿੱਧੂ ਦੇ। ਨਵਜੋਤ ਸਿੰਘ ਸਿੱਧੂ ਨੇ ਬਰਗਾੜੀ ਦੇ ਮਸਲੇ ਤੋਂ ਲੈ ਕੇ ਸਿੱਖ ਪੰਥ ਦੇ ਮਸਲਿਆਂ ਲਈ ਆਵਾਜ਼ ਬੁਲੰਦ ਕੀਤੀ ਹੈ। ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਉਣ 'ਚ ਸਭ ਤੋਂ ਵੱਡੀ ਭੂਮਿਕਾ ਇਮਰਾਨ ਖਾਨ ਨੂੰ ਗੁਜ਼ਾਰਿਸ਼ ਕਰਨ ਤੋਂ ਲੈ ਕੇ ਮਨਜ਼ੂਰੀ ਦਿਵਾਉਣ ਤੱਕ ਨਵਜੋਤ ਸਿੰਘ ਸਿੱਧੂ ਦੀ ਰਹੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਮਰਜ਼ੀ ਹੈ, ਕਿਉਂਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਵੀ ਹਾਮੀ ਭਰੀ ਤੇ ਕੋਸ਼ਿਸ਼ਾਂ ਕੀਤੀਆਂ। ਪਰ ਪੰਜਾਬ 'ਚ ਸਿੱਖ ਪੰਥ ਦੇ ਬਹੁ ਗਿਣਤੀ ਲੋਕ, ਮੈਨੂੰ ਲੱਗਦਾ ਇਹ ਮੰਨਦੇ ਨੇ ਕਿ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਹੈ। ਹੁਣ ਉੱਥੇ ਤਾਂ ਅਕਾਲੀ ਦਲ ਵਾਲੇ ਦਾ ਵਿਰੋਧ ਕਰਦੇ ਸੀ, ਨਵਜੋਤ ਸਿੰਘ ਸਿੱਧੂ ਦਾ ਗੱਦਾਰ ਕਹਿੰਦੇ ਸੀ। ਉਦੋਂ BJP ਦੇ ਵੀ ਕਈ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਗੱਦਾਰ ਕਹਿੰਦੇ ਸੀ। ਹੁਣ ਜਦੋਂ ਗੱਲ 2024 ਦੀਆਂ ਚੋਣਾਂ ਦੀ ਆਉਣੀ ਹੈ ਨਾ ਜੀ, ਤੇ ਪੰਜਾਬ 'ਚ ਅਕਾਲੀ ਦਲ 2-3 ਸੀਟਾਂ ਤੇ ਰਹਿ ਗਿਆ ਵਿਧਾਨ ਸਭਾ ਦੀਆਂ। ਭਾਵੇਂ ਨਵਜੋਤ ਸਿੰਘ ਸਿੱਧੂ ਹਾਰ ਗਏ, ਪਰ ਨਵਜੋਤ ਸਿੰਘ ਸਿੱਧੂ ਦਾ ਸਿੱਖ ਭਾਈਚਾਰੇ ਦੇ ਵਿੱਚ ਅੱਜ ਵੀ ਇਸ ਗੱਲੋਂ ਸਤਿਕਾਰ ਹੈ ਕਿ ਉਹ ਇਮਾਨਦਾਰ ਹੈ। ਬਰਗਾੜੀ ਦੇ, ਬਹਿਬਲ ਕਲਾਂ ਦੇ ਸਾਰੇ ਮਾਮਲਿਆਂ ਦੇ ਇਨਸਾਫ ਲਈ ਉਹ ਇਕੱਲਾ ਲੀਡਰ ਹੈ ਜਿਹੜਾ ਲੜਾਈ ਲੜਦਾ ਰਿਹਾ। ਔਰ ਉਹ ਇਕੱਲਾ ਲੀਡਰ ਹੈ ਜਿਹਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਨਾ ਕੇਵਲ ਆਵਾਜ਼ ਬੁਲੰਦ ਕੀਤੀ, ਬਲਕਿ ਬਾਕੀਆਂ ਤੋਂ ਬਾਗੀ ਹੋ ਕੇ ਵੀ ਉਹਨੇ ਸੰਘਰਸ਼ ਕੀਤਾ। ਸੋ ਅਜਿਹੇ ਹਾਲਾਤਾਂ 'ਚ ਇਹ BJP ਨੂੰ ਵੀ ਪਤਾ ਹੈ ਕਿ ਜਾਂ ਤਾਂ ਨਵਜੋਤ ਸਿੰਘ ਸਿੱਧੂ ਹੈ ਜਾਂ ਉਹ ਬੀਬੀ ਜਗੀਰ ਕੌਰ ਨੂੰ ਤਾਕਤ ਦੇ ਸਕਦੇ ਨੇ। ਪਰ ਬੀਬੀ ਜਗੀਰ ਕੌਰ ਖੁਦ ਉਸ ਪੋਲੀਟੀਕਲ ਕੱਦ ਦੇ ਨਹੀਂ ਹੈ ਕਿ ਉਹ ਪੂਰੇ ਪੰਜਾਬ 'ਚ ਸਿੱਖ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਣ 2024 ਦੀਆਂ ਚੋਣਾਂ ਦੇ ਸੰਦਰਭ 'ਚ। ਸੋ ਅਜਿਹੇ ਹਾਲਾਤਾਂ 'ਚ, ਕਿਉਂਕਿ ਸਿੱਖ ਵੋਟ ਹੈ ਜਿਹੜੀ ਉਹ ਕਿਸੇ ਇੱਕ ਪਾਸੇ ਇਨਕਲਾਈਨਡ ਨਹੀਂ ਹੈ, ਝੁਕੀ ਹੋਈ ਨਹੀਂ ਹੈ, ਅਜਿਹੇ ਹਾਲਾਤਾਂ ਦੇ ਵਿੱਚ ਬੀਬੀ ਜਗੀਰ ਕੌਰ ਇਸ ਵਕਤ ਅਜਿਹੇ ਆਗੂ ਨੇ ਜਿਹਨੂੰ BJP ਬੈਕ ਕਰ ਸਕਦੀ ਹੈ। ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਆਜ਼ਾਦ ਲੀਡਰ, ਭਾਵੇਂ ਕਾਂਗਰਸ ਨਾਲ ਜੁੜੇ ਹੋਏ ਨੇ, ਲੇਕਿਨ ਉਹ ਇੱਕ ਆਜ਼ਾਦਾਨਾ ਸੋਚ ਦਾ ਲੀਡਰ ਹੈ। ਨਵਜੋਤ ਸਿੰਘ ਸਿੱਧੂ ਬਾਹਰ ਆ ਕੇ ਜੇਲ੍ਹ ਤੋਂ ਕੀ ਕਰਦੇ ਨੇ, ਕਾਂਗਰਸ 'ਚ ਰਹਿੰਦੇ ਨੇ, ਪਾਰਟੀ ਬਣਾਉਂਦੇ ਨੇ, ਜਾਂ ਸਿਆਸਤ ਨੂੰ ਕਿਸ ਰੂਪ 'ਚ ਅੱਗੇ ਵਧਾਉਂਦੇ ਨੇ, ਉਹ ਹਜੇ ਵਕਤ ਹੈ, ਉਹ ਆਉਣ ਵਾਲਾ ਵਕਤ ਦੱਸੂਗਾ। ਪਰ ਹਾਲ ਦੀ ਘੜੀ ਸਿਰਫ ਬੀਬੀ ਜਗੀਰ ਕੌਰ ਹੈ ਜਿਹਨੂੰ ਪੋਲੀਟੀਕਲੀ BJP ਬੈਕ ਕਰ ਸਕਦੀ ਹੈ, ਤਾਂ ਕਿ ਅਗਰ ਬੀਬੀ ਜਗੀਰ ਕੌਰ ਨੂੰ ਬੈਕ ਕਰੀਏ ਪੋਲੀਟੀਕਲੀ ਤੇ 2024 ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਈਏ, ਮੈਨੂੰ ਲੱਗਦਾ ਹੈ ਕਿ ਅਗਲੇ ਸਾਲ 2023 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ ਹੀ ਹੋਣਗੀਆਂ, ਕਿਉਂਕਿ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਅਕਾਲੀ ਦਲ ਦੀ ਅਸਲ ਤਾਕਤ ਦੇਖਣਾ ਚਾਹੂਗੀ 24 ਤੋਂ ਪਹਿਲਾਂ। ਔਰ ਅਗਲੇ ਸਾਲ ਅਗਰ BJP ਹਰੀ ਝੰਡੀ ਦੇ ਦਿੰਦੀ ਹੈ SGPC ਚੋਣਾਂ ਲਈ ਗੁਰਦੁਆਰਾ ਕਮਿਸ਼ਨ ਨੂੰ, ਤੇ ਚੋਣਾਂ ਹੋ ਜਾਣੀਆਂ ਨੇ। ਅਗਰ SGPC ਦੀਆਂ ਚੋਣਾਂ 'ਚ 1 ਸਾਲ 'ਚ BJP ਬੈਕ ਕਰਦੀ ਹੈ ਪੋਲੀਟੀਕਲੀ ਬੀਬੀ ਜਗੀਰ ਕੌਰ ਨੂੰ, ਪਰਮਿੰਦਰ ਢੀਂਡਸਾ ਨੇ, ਸੁਖਦੇਵ ਢੀਂਡਸਾ ਨੇ, ਬਾਕੀ ਧੜੇ ਨੇ, ਅਗਰ ਬੀਬੀ ਜਗੀਰ ਕੌਰ ਦੇ ਨਾਲ ਸਾਰੇ ਇਸੇ ਤਰ੍ਹਾਂ ਖੜ੍ਹਦੇ ਨੇ ਜਿਵੇਂ ਇਹਨਾਂ ਚੋਣਾਂ 'ਚ ਖੜ੍ਹੇ ਨੇ, ਤੇ ਫਿਰ ਬੀਬੀ ਜਗੀਰ ਕੌਰ SGPC ਦੀਆਂ ਚੋਣਾਂ 'ਚ ਕੀ ਨਤੀਜਾ ਕੱਢਦੇ ਨੇ, ਅਕਾਲੀ ਦਲ ਨੂੰ ਕਿੰਨੇ ਵੋਟ ਮਿਲਦੇ ਨੇ ਪੰਜਾਬ ਦੇ ਵਿੱਚ, ਕੁੱਲ 190 ਦੇ ਕਰੀਬ ਜਿਹੜੇ ਨੇ ਉਹ ਮੈਂਬਰ ਹੁੰਦੇ ਨੇ। ਔਰ ਸਾਰੇ ਸੂਬਿਆਂ ਦੇ ਵਿੱਚ ਵੋਟਾਂ ਨੇ, ਚੰਡੀਗੜ੍ਹ ਦੇ ਵਿੱਚ ਵੀ ਨੇ, ਹਰਿਆਣੇ ਦੇ ਵਿੱਚ ਵੀ ਨੇ। ਸੋ ਇਸ ਕਰਕੇ ਕੀ ਨਤੀਜਾ ਨਿਕਲਦਾ ਹੈ ਅਗਲੇ ਸਾਲ, ਅਗਰ ਮੰਨ ਲਈਏ ਕਿ ਵੋਟਾਂ ਹੁੰਦੀਆਂ ਨੇ SGPC ਦੀਆਂ ਆਮ ਚੋਣਾਂ, ਉਹਦਾ ਕੀ ਨਤੀਜਾ ਨਿਕਲਦਾ ਹੈ। ਅਕਾਲੀ ਦਲ ਪਿਛਲੀ ਵਾਰੀ ਸੰਤ ਸਮਾਜ ਨਾਲ ਮਿਲ ਕੇ 2011 'ਚ 157 ਸੀਟਾਂ ਇਕੱਲਾ ਜਿੱਤਿਆ ਸੀ। ਹੁਣ ਜਿਹੜੀਆਂ ਵੋਟਾਂ ਮਿਲੀਆਂ ਨੇ ਅਕਾਲੀ ਦਲ ਨੂੰ ਪ੍ਰਧਾਨਗੀ ਦੀ ਚੋਣ 'ਚ ਬੀਬੀ ਜਗੀਰ ਕੌਰ ਦੇ ਸਾਹਮਣੇ, ਉਹ ਮਿਲੀਆਂ ਨੇ 104। ਇਹਦਾ ਮਤਲਬ ਹੈ 157 ਦਾ ਅੰਕੜਾ ਸੁੰਗੜ ਕੇ 104 ਹੋ ਗਿਆ। ਕੁਝ ਲੋਕ ਦੁਨੀਆ 'ਚੋਂ ਵੀ ਗਏ ਹੋਣਗੇ, ਉਹ ਵੀ ਹੈ।
ਪਰ ਅੰਕੜਾ 104 ਰਹਿ ਗਿਆ। ਤੇ ਜਦੋਂ ਹੁਣ ਵੋਟਾਂ ਪੈਣੀਆਂ ਨੇ ਅਗਲੇ ਸਾਲ, ਸੰਭਾਵੀ ਹੈ, ਮੈਨੂੰ ਲੱਗਦਾ, ਮੇਰਾ ਅਨੁਮਾਨ ਹੈ ਅਗਲੇ ਸਾਲ ਪੈਣਗੀਆਂ, ਤੇ ਕੀ 104 ਤੋਂ ਅੰਕੜਾ ਡਿੱਗਦਾ ਜਾਂ ਵੱਧਦਾ? ਉਹਦੇ ਤੇ 2024 ਦਾ ਗਣਿਤ ਟਿਕਿਆ। ਤੇ ਬੀਜੇਪੀ ਇਹ ਦੇਖਣਾ ਚਾਹੂਗੀ ਅਗਲੇ ਸਾਲ ਵੋਟਾਂ ਕਰਾ ਕੇ ਕੇਂਦਰ ਸਰਕਾਰ ਕਿ ਅਕਾਲੀ ਦਲ ਹੁਣ ਕਿਸ ਜਗ੍ਹਾ ਤੇ ਖੜਾ ਹੈ। ਕੀ ਐਸਜੀਪੀਸੀ ਦੀਆਂ ਮੁੱਖ ਚੋਣਾਂ 'ਚ ਅਕਾਲੀ ਦਲ ਕਮਜ਼ੋਰ ਹੋਇਆ ਹੈ? ਇਹਦਾ ਮਤਲਬ ਹੈ ਸਿੱਖ ਵੋਟਰ ਅਕਾਲੀ ਦਲ ਤੋਂ ਟੁੱਟ ਗਿਆ, ਪੰਥਕ ਵੋਟਰ। ਅਗਰ ਅਕਾਲੀ ਦਲ ਉਸੇ ਤਰ੍ਹਾਂ ਜਿੱਤਿਆ, ਫਿਰ ਬੀਜੇਪੀ ਨੂੰ ਇਹ ਮਹਿਸੂਸ ਹੋਊਗਾ ਵੀ ਨਹੀਂ, ਅਕਾਲੀ ਦਲ ਅੱਜ ਵੀ ਤਕੜਾ ਹੈ। ਫਿਰ ਬੀਜੇਪੀ ਸੋਚੂਗੀ, ਕੋਈ ਨਾ ਕੋਈ ਸੁਨੇਹੇ ਲਾਊ ਵੀ ਅਸੀਂ ਕਿਸੇ ਤਰ੍ਹਾਂ ਬੀਜੇਪੀ ਅਕਾਲੀ ਦਲ ਦਾ ਦੁਬਾਰਾ ਗਠਬੰਧਨ ਬਣਾਈਏ, ਨਹੀਂ ਤਾਂ ਬੀਜੇਪੀ ਕਿਸੇ ਹੋਰ ਰਾਹ ਤੁਰੂਗੀ। ਅਗਰ ਬੀਬੀ ਜਗੀਰ ਕੌਰ ਦੇ ਜ਼ਰੀਏ ਐਸਜੀਪੀਸੀ ਦੇ ਵਿੱਚ ਚੰਗੀ ਪਰਫਾਰਮੈਂਸ ਹੁੰਦੀ ਹੈ ਬਾਕੀ ਗਰੁੱਪਾਂ ਦੀ, ਫਿਰ ਉਹ ਸਾਰੇ ਗਰੁੱਪ ਆਉਣ ਵਾਲੇ ਸਮੇਂ 'ਚ ਪੋਲੀਟੀਕਲ ਤੌਰ ਤੇ ਬੀਜੇਪੀ ਨਾਲ ਜਾ ਸਕਦੇ ਆ। ਫਿਰ ਪੰਜਾਬ 'ਚ ਬੀਜੇਪੀ ਸਿੱਧਾ ਸਿੱਖ ਵੋਟਾਂ ਤੇ ਨਜ਼ਰ ਰੱਖ ਸਕਦੀ ਹੈ। ਉਂਝ ਕਿਸਾਨ ਅੰਦੋਲਨ ਬੀਜੇਪੀ ਲਈ ਬਹੁਤ ਨੁਕਸਾਨਦਾਇਕ ਸਾਬਤ ਹੋਇਆ। ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੌਰੀ ਫੀਲ ਕੀਤੀ, ਪਰ ਉਸ ਤੋਂ ਬਾਅਦ ਵੀ ਵਿਧਾਨ ਸਭਾ ਚੋਣਾਂ 'ਚ ਬੀਜੇਪੀ ਦਾ ਵੋਟ ਬੈਂਕ ਸਿੱਖ ਵੋਟਾਂ ਦੇ ਰੂਪ 'ਚ ਜ਼ਿਆਦਾ ਨਹੀਂ ਵਧਿਆ। ਹੁਣ ਉਹਦੇ ਲਈ ਬਹੁਤ ਸਾਰੇ ਫੈਕਟਰ ਨੇ ਆਉਂਦੇ ਸਮੇਂ 'ਚ। ਕੀ ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਬਣਾਉਂਦੇ ਨੇ? ਕੀ ਨਵਜੋਤ ਸਿੰਘ ਸਿੱਧੂ ਪਾਰਟੀ ਬਣਾ ਕੇ ਬੀਜੇਪੀ ਨਾਲ ਜਾਣਗੇ, ਇਕੱਲੇ ਲੜਨਗੇ, ਕਾਂਗਰਸ ਨਾਲ ਗਠਬੰਧਨ ਕਰਨਗੇ, ਕਿਸੇ ਹੋਰ ਧਿਰ ਨਾਲ ਜਾਣਗੇ? ਇਹ ਵਕਤ ਦੱਸੂਗਾ। ਰਲੇਵਾਂ ਬਹੁਤ ਹੈ, ਪੋਲੀਟੀਕਲ ਰਲੇਵਾਂ ਬਹੁਤ ਹੈ। ਐਸਜੀਪੀਸੀ ਦੀਆਂ ਚੋਣਾਂ ਅਗਲੇ ਸਾਲ ਹੋਣੀਆਂ ਮੈਨੂੰ ਤੈਅ ਲੱਗਦੀਆਂ ਨੇ, ਔਰ ਪੰਜਾਬ ਦੀ 2024 ਦੀ ਜਿਹੜੀ ਸਮੀਕਰਨ ਹੈ ਉਹ ਅਗਲੇ ਸਾਲ ਐਸਜੀਪੀਸੀ ਦੀਆਂ ਚੋਣਾਂ ਵੀ ਤੈਅ ਕਰਨਗੀਆਂ। ਸੋ ਇਹ ਬੜੀ ਵਿਚਿੱਤਰ ਜਿਹੀ ਸਥਿਤੀ ਹੈ ਜਿਹੜੀ ਉਹ ਬਣਦੀ ਮੈਨੂੰ ਨਜ਼ਰ ਆ ਰਹੀ ਹੈ। ਪਰ ਬੀਬੀ ਜਗੀਰ ਕੌਰ ਕੋਲੇ ਮੌਕਾ ਹੈ, ਸੁਖਦੇਵ ਸਿੰਘ ਢੀਂਡਸਾ ਔਰ ਬਾਕੀ ਸਾਰੇ ਇਕੱਠੇ ਮਿਲ ਕੇ ਅਗਰ ਸ਼ੁੱਧ ਰੂਪ ਦੇ ਵਿੱਚ ਸਿੱਖ ਮੁੱਦਿਆਂ ਨੂੰ ਅੱਗੇ ਲੈ ਕੇ ਜਾਣ, ਪੰਥਕ ਮੁੱਦਿਆਂ ਨੂੰ ਅੱਗੇ ਲੈ ਕੇ ਜਾਣ, ਤੇ ਫਿਰ ਮੁਕਾਬਲਾ ਐਸਜੀਪੀਸੀ ਦੀਆਂ ਵੋਟਾਂ 'ਚ ਹੋ ਸਕਦਾ ਹੈ, ਜਿਹਦੀ ਸੰਭਾਵਨਾ ਅਗਲੇ ਸਾਲ ਹੋਣ ਦੀ ਮੈਨੂੰ ਨਜ਼ਰ ਆ ਰਹੀ ਹੈ। ਡੱਲਾ ਜੀ, ਇੱਕ ਚੀਜ਼ ਦੱਸੋ, ਤੁਹਾਨੂੰ ਪੂਰਾ ਭਰੋਸਾ ਵੀ ਅਗਲੇ ਸਾਲ ਵੋਟਾਂ ਹੋ ਸਕਦੀਆਂ ਨੇ? ਦੇਖੋ, ਇਹ ਮੇਰਾ ਐਸਟੀਮੇਟ ਹੈ, ਮੇਰਾ ਅਨੁਮਾਨ ਹੈ, ਕਿਉਂਕਿ ਮੈਂ ਉਹੀ ਗੱਲ ਕਹਿ ਰਿਹਾ ਨਾ, ਭਾਰਤੀ ਜਨਤਾ ਪਾਰਟੀ ਲਈ, ਨਰਿੰਦਰ ਮੋਦੀ ਲਈ ਦੁਬਾਰਾ ਸਰਕਾਰ ਬਣਾਉਣ ਦੇ ਲਈ ਪੰਜਾਬ 'ਚ 13 ਸੀਟਾਂ ਨੇ, ਔਰ ਬੀਜੇਪੀ ਦੀ ਕੋਸ਼ਿਸ਼ ਹੈ ਕਿ ਜਿਨ੍ਹਾਂ ਸੂਬਿਆਂ 'ਚ ਉਹ ਪਿਛਲੀ ਵਾਰੀ ਨਹੀਂ ਜਿੱਤੇ ਇਸ ਵਾਰ ਜਿੱਤਣ। ਇਸ ਕਰਕੇ ਉਹਨਾਂ ਦਾ ਧਿਆਨ ਕੇਂਦਰਿਤ ਹੈ ਉਹਨਾਂ ਸਾਰੇ ਸੂਬਿਆਂ 'ਚ। ਜੰਮੂ ਕਸ਼ਮੀਰ 'ਚ ਧਿਆਨ ਕੇਂਦਰਿਤ ਹੈ ਬੀਜੇਪੀ ਦਾ, ਪੰਜਾਬ 'ਚ ਧਿਆਨ ਕੇਂਦਰਿਤ ਹੈ, ਦਿੱਲੀ 'ਚ ਧਿਆਨ ਕੇਂਦਰਿਤ ਹੈ, ਕਿਉਂਕਿ ਬੀਜੇਪੀ ਨੂੰ ਵੀ ਪਤਾ ਹੈ ਕਿ ਐਂਟੀ ਇਨਕੰਬੈਂਸੀ ਹੈ, ਮਹਿੰਗਾਈ ਵੱਧ ਰਹੀ ਹੈ ਬਹੁਤ ਜ਼ਿਆਦਾ, ਬਹੁਤ ਸਾਰੇ ਮੁੱਦਿਆਂ ਤੇ ਬੀਜੇਪੀ ਲੋਕਾਂ ਨੂੰ ਖੁਸ਼ ਨਹੀਂ ਕਰ ਸਕੀ। ਦੇਸ਼ ਦੀ ਆਰਥਿਕਤਾ ਉਨੀ ਤਕੜੀ ਨਹੀਂ ਹੈ। ਉਹ ਠੀਕ ਹੈ, ਭਾਰਤ ਦੀ, ਸਾਡੇ ਮੁਲਕ ਦੀ ਇੱਜ਼ਤ ਬਣੀ ਹੈ ਕਿ ਅਸੀਂ ਬਹੁਤ ਸਟਰੋਂਗ ਆ, ਅਸੀਂ ਕਮਜ਼ੋਰ ਨਹੀਂ। ਪਾਕਿਸਤਾਨ ਵੀ ਸਾਡੇ ਤੋਂ ਘਬਰਾਉਂਦਾ ਅੱਜ ਦੇ ਸਮੇਂ ਦੇ ਵਿੱਚ, ਆਰਥਿਕ ਤੌਰ ਤੇ ਵੀ ਔਰ ਸ਼ਕਤੀ ਦੇ ਰੂਪ ਦੇ ਵਿੱਚ ਵੀ, ਫੌਜੀ ਤਾਕਤ ਦੇ ਰੂਪ ਦੇ ਵਿੱਚ ਵੀ। ਪਰ ਫਿਰ ਵੀ ਬਹੁਤ ਸਾਰੇ ਘਰੇਲੂ ਮੁੱਦੇ ਨੇ ਜਿਨ੍ਹਾਂ ਤੇ ਬੀਜੇਪੀ ਦੇ ਖਿਲਾਫ ਐਂਟੀ ਇਨਕੰਬੈਂਸੀ ਹੈ। ਹੁਣ ਪੰਜਾਬ 'ਚ ਪਿਛਲੀ ਵਾਰੀ ਬੀਜੇਪੀ ਨੂੰ ਸਿਰਫ 2 ਸੀਟਾਂ ਮਿਲੀਆਂ, ਸਨੀ ਦਿਓਲ ਜਿੱਤ ਗਏ। ਇਸ ਵਾਰ ਸਨੀ ਦਿਓਲ ਲੱਭ ਨਹੀਂ ਰਹੇ, ਪੋਲੀਟੀਕਲ ਤੌਰ ਤੇ ਐਕਟਿਵ ਨਹੀਂ। ਇਸੇ ਕਰਕੇ ਦੇਖੋ ਬੀਜੇਪੀ ਕਰਦੀ ਕੀ ਹੈ। ਬੀਜੇਪੀ ਨੇ ਕੈਪਟਨ ਅਮਰਿੰਦਰ ਨੂੰ ਕਾਂਗਰਸ 'ਚ ਲੈ ਗਈ, ਕਾਂਗਰਸ 'ਚੋਂ ਬੀਜੇਪੀ ਆਪਣੇ 'ਚ ਲੈ ਗਈ, ਸੁਨੀਲ ਜਾਖੜ ਨੂੰ ਬੀਜੇਪੀ ਲੈ ਗਈ, ਕਾਂਗਰਸ ਦੇ ਕਈ ਮੰਤਰੀ ਬੀਜੇਪੀ ਲੈ ਗਈ। ਸੰਗਰੂਰ ਦੀ ਜ਼ਿਮਨੀ ਚੋਣ 'ਚ ਸਾਰਿਆਂ ਦੀ ਡਿਊਟੀ ਲੱਗ ਗਈ, ਸਾਬਕਾ ਮੰਤਰੀਆਂ ਦੀ, ਸੁਨੀਲ ਜਾਖੜ ਉਹਨਾਂ ਦੀ। ਬੀਜੇਪੀ ਨਹੀਂ ਜਿੱਤ ਸਕੀ। ਫਿਰ ਕੈਪਟਨ ਅਮਰਿੰਦਰ ਹੁਣੇ ਬੀਜੇਪੀ 'ਚ ਗਏ ਨੇ। ਬੀਜੇਪੀ ਨੂੰ ਪਤਾ ਹੈ ਵੀ ਅੱਜ ਕੈਪਟਨ ਅਮਰਿੰਦਰ ਵੀ ਉਸ ਸਥਿਤੀ 'ਚ ਨਹੀਂ ਹੈ ਕਿ ਉਹ ਸਾਨੂੰ ਪੰਜਾਬ ਜਿੱਤ ਕੇ ਦੇ ਦੇ 2024 'ਚ। ਬੀਜੇਪੀ ਦੀ ਕੋਸ਼ਿਸ਼ ਕੀ ਹੈ ਕਿ ਅਸੀਂ ਹੌਲੀ ਹੌਲੀ ਸਾਰੇ ਵੱਡੇ ਚਿਹਰੇ ਆਪਣੇ ਵਾਲੇ ਪਾਸੇ ਲਿਆਈਏ ਔਰ ਦੂਜੇ ਪਾਸੇ ਅਸੀਂ ਖਲਾ ਬਣਾ ਦਈਏ, ਅਸੀਂ ਵੈਕਿਊਮ ਬਣਾ ਦਈਏ। ਇਸੇ ਕਰਕੇ ਮੈਨੂੰ ਲੱਗਦਾ ਕਿ ਅਗਲੇ ਸਾਲ ਚੋਣਾਂ ਹੋਣਗੀਆਂ, ਕਿਉਂਕਿ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦਾ ਭਾਰ ਤੋਲਣਾ ਚਾਹੇਗੀ ਪੋਲੀਟੀਕਲੀ। ਕਿ ਦੇਖੋ, ਸਾਨੂੰ ਪਤਾ ਹੈ ਬੇਅਦਬੀ ਦੇ ਮਾਮਲੇ ਅਕਾਲੀ ਦਲ ਦੇ ਰਾਜ 'ਚ ਆਏ, ਬਰਗਾੜੀ ਦੇ ਮਾਮਲੇ, ਬੇਅਦਬੀ ਦੇ ਮਾਮਲੇ, ਨਸ਼ਾ ਕਿੰਨਾ ਵਧਿਆ ਅਕਾਲੀ ਦਲ ਦੇ ਰਾਜ 'ਚ। ਹਾਲਾਂਕਿ ਉਦੋਂ ਬੀਜੇਪੀ ਵੀ ਭਾਈਵਾਲ ਸੀ, ਪਰ ਨੁਕਸਾਨ ਜ਼ਿਆਦਾ ਅਕਾਲੀ ਦਲ ਨੂੰ ਹੋਇਆ ਕਿਉਂਕਿ ਉਹ ਮੋਹਰੀ ਸੀ ਸਰਕਾਰ ਦੇ ਵਿੱਚ। ਹੁਣ ਬੀਜੇਪੀ ਇਹ ਚਾਹੂਗੀ ਕਿ ਅੱਜ ਸਥਿਤੀਆਂ ਅਕਾਲੀ ਦਲ ਲਈ ਕਿੱਥੇ ਖੜੀਆਂ। ਅਸੀਂ ਪਿਛਲੀਆਂ ਚੋਣਾਂ ਵਿਧਾਨ ਸਭਾ ਦੀਆਂ ਦੇਖੀਆਂ, ਅਕਾਲੀ ਦਲ ਸਿਰਫ 3 ਸੀਟਾਂ ਜਿੱਤਿਆ, ਬੀਜੇਪੀ ਵੀ 2 ਸੀਟਾਂ ਹੀ ਜਿੱਤੀ, ਬੀਜੇਪੀ ਦੇ 2 ਐਮਐਲਏ ਆ। ਆਮ ਆਦਮੀ ਪਾਰਟੀ 92 ਸੀਟਾਂ ਜਿੱਤ ਗਈ। ਹੁਣ ਸਿੱਖ ਮੁੱਦਿਆਂ ਤੇ ਆਮ ਆਦਮੀ ਪਾਰਟੀ ਵੀ ਲੜਾਈ ਨਹੀਂ ਲੜ ਰਹੀ, ਨਾ ਤਾਂ ਸਿੱਖ ਬੰਦੀਆਂ ਤੇ ਆਮ ਆਦਮੀ ਪਾਰਟੀ ਖੁੱਲ੍ਹ ਕੇ ਬੋਲ ਰਹੀ ਹੈ। ਪਿਛਲੇ ਦਿਨਾਂ 'ਚ ਜੋ ਕੁਝ ਪੰਜਾਬ 'ਚ ਵਾਪਰ ਰਿਹਾ ਹੈ, ਸਿੱਖ ਮੁੱਦਿਆਂ ਤੇ ਆਮ ਆਦਮੀ ਪਾਰਟੀ ਡਿਲੀਵਰ ਕਰਦੀ ਨਜ਼ਰ ਨਹੀਂ ਆ ਰਹੀ। ਸੋ ਹੁਣ ਆਮ ਆਦਮੀ ਪਾਰਟੀ ਦੇ ਪ੍ਰਤੀ ਵੀ ਐਂਟੀ ਇਨਕੰਬੈਂਸੀ ਹੈ। ਲੇਕਿਨ ਹਾਂ, ਆਮ ਆਦਮੀ ਪਾਰਟੀ ਕੀ ਐਸਜੀਪੀਸੀ ਚੋਣਾਂ 'ਚ ਵੀ ਸਿੱਧਾ ਦਖਲ ਦਊ? ਕਾਂਗਰਸ ਤਾਂ ਨਹੀਂ ਦਿੰਦੀ, ਲੁਕਵੇਂ ਰੂਪ 'ਚ ਕਰਦੀ ਹੈ ਕਾਂਗਰਸ ਦਖਲ ਅੰਦਾਜ਼ੀ, ਇਲਜ਼ਾਮ ਲਗਾਉਂਦੇ ਨੇ ਅਕਾਲੀ।
ਕਿ ਆਮ ਆਦਮੀ ਪਾਰਟੀ ਵੀ ਕੋਈ ਲੁਕਵੇਂ ਰੂਪ 'ਚ ਦਖਲ ਦਊ ਜਾਂ ਸਿੱਧੇ ਰੂਪ 'ਚ ਚੋਣਾਂ ਲੜੂ? ਇਹ ਵੀ ਬਹੁਤ ਵੱਡਾ ਸਵਾਲ ਹੈ। ਡੱਲਾ ਜੀ ਇੱਕ ਸਵਾਲ, ਜਿਹੜੇ ਸਿੱਖ ਮੁੱਦੇ ਨੇ ਇਹ ਆਮ ਆਦਮੀ ਪਾਰਟੀ ਹੈ ਜਾਂ ਕਾਂਗਰਸ ਸੀ, ਇਹ ਕਿਉਂ ਨਹੀਂ ਐਡਰੈਸ ਹੋ ਰਹੇ? ਉਹ ਕੀ ਨੇ ਸਿੱਖ ਮੁੱਦੇ ਜਿਹੜੇ ਨਹੀਂ ਐਡਰੈਸ ਹੋ ਰਹੇ? ਦੇਖੋ, ਸਿੱਖ ਭਾਈਚਾਰੇ ਦੀਆਂ ਬਹੁਤ ਸਾਰੀਆਂ ਮੰਗਾਂ ਨੇ। ਹੁਣ ਮੰਗ ਮੁੱਖ ਰੂਪ 'ਚ ਬੰਦੀ ਕੈਦੀਆਂ ਦੀ ਰਿਹਾਈ ਹੈ, ਜਿਨ੍ਹਾਂ ਨੂੰ ਇੰਨਾ ਲੰਮਾ ਸਮਾਂ ਹੋ ਗਿਆ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਵੀ ਮਿਲਦਾ ਹੈ, ਉਹ ਆ ਕੇ ਆਨਲਾਈਨ ਸਮਾਗਮ ਵੀ ਕਰਦਾ, ਉੱਥੇ ਬੰਬੀਹਾ ਵਰਗੇ ਪ੍ਰੋਗਰਾਮ ਵੀ ਹੁੰਦੇ ਨੇ। ਪ੍ਰਧਾਨ ਮੰਤਰੀ ਖੁਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਕਈ ਵਰੇ ਪਹਿਲਾਂ ਕਹਿੰਦੇ ਨੇ ਕਿ ਅਸੀਂ ਸਿੱਖ ਬੰਦੀ ਰਿਹਾ ਕਰਾਂਗੇ, ਅੱਜ ਤੱਕ ਨਹੀਂ ਹੋਏ। ਫਿਰ 84 'ਚ ਮੁਕੰਮਲ ਇਨਸਾਫ ਨਹੀਂ ਹੋਇਆ। ਇਹ ਬਹੁਤ ਸਾਰੇ ਪੰਥਕ ਮੁੱਦੇ ਨੇ ਜਿਹੜੇ ਸਿੱਖ ਕੌਮ ਦੇ ਲਈ ਬਹੁਤ ਵੱਡੀ ਚੁਣੌਤੀ ਹੈ। ਅੰਮ੍ਰਿਤਪਾਲ ਸਿੰਘ ਵਰਗੇ ਨੌਜਵਾਨ ਜਿਹੜੇ ਬਿਆਨ ਦਿੰਦੇ ਨੇ, ਉਹ ਬਿਆਨ ਉਸ ਦੁੱਖ 'ਚੋਂ ਵੀ ਉਪਜਦੇ ਨੇ ਜਿੱਥੇ ਉਹ ਵੱਖਰੀ ਰਾਏ ਰੱਖਦੇ ਨੇ। ਜੇ 84 ਦਾ ਇਨਸਾਫ ਮੁਕੰਮਲ ਹੋਇਆ ਹੋਵੇ, ਜੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਬਾਕੀਆਂ ਦੀ ਤਰ੍ਹਾਂ, ਰਾਜੀਵ ਗਾਂਧੀ ਦੇ ਮਰਡਰ ਕੇਸ ਦੇ ਵਿੱਚ ਵੀ ਇੱਕ ਵਿਅਕਤੀ ਨੂੰ ਰਿਹਾਈ ਮਿਲ ਗਈ ਤੇ ਬੰਦੀ ਸਿੰਘ ਇੰਨੇ ਲੰਮੇ ਸਮੇਂ ਤੋਂ ਸਜ਼ਾਵਾਂ ਕੱਟ ਰਹੇ ਨੇ, ਉੱਥੇ ਸਿੱਖ ਭਾਈਚਾਰਾ ਚਾਹੁੰਦਾ ਹੈ ਕਿ ਸਾਡੇ ਵੀ ਜਿੰਨੇ ਲੋਕਾਂ ਨੇ 20 26 ਸਾਲ ਜੇਲ੍ਹ ਦੇ ਅੰਦਰ ਕੱਢਿਆ ਉਹਨਾਂ ਨੂੰ ਵੀ ਕੋਈ ਇਸ ਤਰੀਕੇ ਦੀ ਸਹੂਲਤ ਦਿੱਤੀ ਜਾਵੇ ਕਿ ਉਹਨਾਂ ਨੂੰ ਰੈਗੂਲਰ ਪੈਰੋਲ ਮਿਲੇ ਜਾਂ ਉਹਨਾਂ ਦੀ ਸਜ਼ਾ ਮਾਫੀ ਹੋਵੇ ਜਾਂ ਉਹਨਾਂ ਦੀ ਰਿਹਾਈ ਹੋਵੇ। ਸੋ ਇਹ ਚੀਜ਼ਾਂ ਸਮਾਜਿਕ ਮੁੱਦੇ ਬਣੇ ਹੋਏ। ਕੀ ਡੱਲਾ ਸਾਹਿਬ, ਇਹ ਜਿਹੜੇ ਸਿੱਖ ਮੁੱਦੇ ਨੇ ਇਹ ਨਹੀਂ ਐਡਰੈਸ ਹੋ ਰਹੇ, ਇਹਦੇ ਪਿੱਛੇ ਕੀ ਇੱਛਾ ਸ਼ਕਤੀ ਦੀ ਕਮੀ ਹੈ ਜਾਂ ਇਹਦੇ ਤੇ ਵੀ ਸਰਕਾਰਾਂ ਰਾਜਨੀਤੀ ਕਰਦੀਆਂ ਨੇ? ਦੇਖੋ, ਮੈਨੂੰ ਲੱਗਦਾ ਇਹਦੇ ਤੇ ਇੱਛਾ ਸ਼ਕਤੀ ਦੀ ਵੀ ਕਮੀ ਹੈ, ਇਹਦੇ ਤੇ ਰਾਜਨੀਤੀ ਵੀ ਹੈ। ਪੋਲੀਟੀਕਲੀ ਕਈ ਪਾਰਟੀਆਂ ਨੂੰ ਇਹ ਚੀਜ਼ਾਂ ਉਹਨਾਂ ਨੂੰ ਮਨ ਮਾਫਕ ਨਹੀਂ ਲੱਗਦੀਆਂ। ਕਈ ਵਾਰੀ ਉਹਨਾਂ ਨੂੰ ਲੱਗਦਾ ਕਿ ਅਗਰ ਅਸੀਂ ਇਸ ਤਰ੍ਹਾਂ ਕਰਾਂਗੇ, ਇੱਕ ਭਾਈਚਾਰੇ ਵਿਸ਼ੇਸ਼ ਦੀ ਵੋਟ ਨਾ ਸਾਡੇ ਤੋਂ ਟੁੱਟ ਜੇ। ਸੋ ਵੋਟਾਂ ਦੀ ਰਾਜਨੀਤੀ ਦੇ ਵਿੱਚ ਬਹੁਤ ਕੁਝ ਰਲਗੜ ਹੋ ਜਾਂਦਾ। ਪਰ ਮੈਂ ਆਖਰੀ ਕਮੈਂਟਸ ਆਪਣੇ ਇਸ ਗੱਲ ਤੇ ਲਿਆਉਂਗਾ ਕਿ ਮੈਨੂੰ ਉਮੀਦ ਹੈ ਕਿ ਵੋਟਾਂ ਪੈਣਗੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਲੇ ਸਾਲ, ਕਿਉਂਕਿ ਬੀਜੇਪੀ ਅਕਾਲੀ ਦਲ ਦੀ ਤਾਕਤ ਦੇਖਣਾ ਚਾਹੂਗੀ। ਅਗਰ ਅਕਾਲੀ ਦਲ ਦੀ ਤਾਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਘਟੀ ਤੇ ਫਿਰ ਬੀਜੇਪੀ ਨੂੰ ਲੱਗੂਗਾ ਕਿ ਅਸੀਂ 2024 'ਚ ਪੰਜਾਬ 'ਚ ਅੱਗੇ ਵੱਧ ਸਕਦੇ ਹਾਂ। ਜੇ ਅਕਾਲੀ ਦਲ ਦੀ ਤਾਕਤ ਬਰਕਰਾਰ ਰਹੀ ਤਾਂ ਫਿਰ ਬੀਜੇਪੀ ਕੋਈ ਨਾ ਕੋਈ ਰਾਹ ਕੱਢੂਗੀ ਵੀ ਅਸੀਂ ਕਿਵੇਂ ਅਕਾਲੀ ਦਲ ਦੀ ਤਾਕਤ ਨੂੰ ਨਾਲ ਜੋੜੀਏ, ਅਸਿੱਧੇ ਰੂਪ 'ਚ, ਅਣਐਲਾਨੇ ਰੂਪ 'ਚ। ਤੇ ਤੀਸਰਾ, ਜੇ ਅਕਾਲੀ ਦਲ ਦੀ ਤਾਕਤ ਬਹੁਤ ਜ਼ਿਆਦਾ ਘਟ ਜਾਂਦੀ ਹੈ ਤੇ ਉਹਦੇ ਨਾਲ ਪੋਲੀਟੀਕਲੀ ਬੀਜੇਪੀ ਨੂੰ ਬੈਨੀਫਿਟ ਹੋਊਗਾ। ਨਹੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਕਿਹੜਾ ਧੜਾ ਜਿੱਤਦਾ ਹੈ? ਅਗਰ ਅਕਾਲੀ ਦਲ ਕਮਜ਼ੋਰ ਹੁੰਦਾ ਤੇ ਤਕੜਾ ਕੌਣ ਹੁੰਦਾ? ਬੀਜੇਪੀ ਪੋਲੀਟੀਕਲ ਤੌਰ ਤੇ ਉਸ ਤਕੜੇ ਧੜੇ ਨਾਲ ਜਾ ਸਕਦੀ ਹੈ ਪੰਜਾਬ 'ਚ 13 ਸੀਟਾਂ 'ਚੋਂ ਜ਼ਿਆਦਾ ਤੇ ਜਿੱਤ ਦਰਜ ਕਰਨ ਲਈ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 24 ਦੀਆਂ ਚੋਣਾਂ ਤੋਂ ਪਹਿਲਾਂ ਅਹਿਮ ਪੜਾਅ ਪੰਜਾਬ ਦੀ ਸਿਆਸਤ 'ਚ ਹੋਊਗਾ, ਜਿਹਦੇ 'ਚ ਸਾਰਿਆਂ ਦਾ ਭਾਰ ਤੋਲਿਆ ਜਾਊਗਾ ਜਿਹੜੇ ਮੁੱਖ ਰੂਪ 'ਚ ਮੈਦਾਨ ਦੇ ਵਿੱਚ ਆਉਣਗੇ। ਤਾਂ ਇਹ ਸਾਡਾ ਅੱਜ ਦਾ ਖਾਸ ਪ੍ਰੋਗਰਾਮ ਖਬਰ ਪੜਤਾਲ। ਕੱਲ ਮੁੜ ਫੇਰ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਦੀ ਪੜਤਾਲ ਨਾਲ। ਡੱਲਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ।